ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਹੱਲਾ ਦੂਜਾ। ਅੱਗੀ ਪਾਲਾ ਕੇ ਕਰੇ ਸੂਰਜ ਕੇਹੀ ਰਾਤ। ਚੰਦ ਅੰਧੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ। ਅੱਗੀ ਪਾਲਾ ਕੇ ਕਰੇ ਸੂਰਜ ਕੇਹੀ ਰਾਤ। ਚੰਦ ਹਨੇਰਾ ਕੇ ਕਰੈ ਪੌਣ ਪਾਣੀ ਕਿਆ ਜਾਤ। ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਸ ਹੋਏ। ਨਾਨਕ ਤਾਂ ਪਤ ਜਾਣੀਐ ਜਾਂ ਪਤ ਰਖੈ ਸੋਏ। ਪੌੜੀ। ਤੁਧ ਸੱਚੇ ਸੁਭਾਨ ਸਦਾ ਕਲਾਣਿਆ। ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ। ਸੱਚ ਜੇ ਮੰਗਹਿ ਦਾਨ ਸੇ ਤੁਧੈ ਜਿਹਾ। ਸੱਚ ਤੇਰਾ ਕੁਰਬਾਨ ਸਭ ਦੇ ਸੋਹਿਆ। ਮੰਨਿਆ ਗਿਆਨ ਧਿਆਨ ਤੁਧੈ ਤੇ ਪਾਇਆ। ਕਰਮ ਪਵੈ ਨੀਸਾਨ ਨਾ ਚੱਲੈ ਚਲਾਇਆ। ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜ੍ਹੇ ਸਵਾਇਆ। ਨਾਨਕ ਮੰਗੈ ਦਾਨ ਜੋ ਤੁਧ ਭਾਇਆ। ਨਾਨਕ ਮੰਗੈ ਦਾਨ ਜੋ ਤੁਧ ਭਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਲੋਕ ਪਰਲੋਕ ਦੇ ਰਾਤੇ
ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਕਾਫੀ ਸਮੇਂ ਤੋਂ ਚੱਲ ਰਹੀ ਹੈ। 150 ਅੰਗ ਤੇ ਮਾਝ ਦੀ ਵਾਰ ਦੇ ਅੰਦਰ ਮਹੱਲਾ ਦੂਜਾ ਦੂਜੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਹੈ। ਸ਼ਲੋਕ ਮਹੱਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਕੱਲ ਵਿਚਾਰ ਹੋਈ ਸੀ ਸਰੇਵੜਿਆਂ ਬਾਰੇ, ਸਰੇਵੜਿਆਂ ਦੇ ਧਰਮ ਬਾਰੇ। ਸਰੇਵੜਿਆਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਸੀ। ਚਰਚਾ ਹੋਈ ਸੀ ਕਿ ਉਸੇ ਹੀ ਪ੍ਰਕਰਨ ਤੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਭਾਈ ਬਾਲਾ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਰੇਵੜਿਆਂ ਦਾ ਇਹ ਸਾਰਾ ਪ੍ਰਸੰਗ ਸੁਣਿਆ, ਕਿਉਂਕਿ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਸਨ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਹੋਣ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵੀ ਸਰੇਵੜਿਆਂ ਦੇ ਨਾਲ ਚਰਚਾ ਹੋਈ ਸੀ। ਉਸ ਤੋਂ ਬਾਅਦ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਰੇਵੜਿਆਂ ਦਾ ਇਹ ਸਾਰਾ ਪ੍ਰਸੰਗ ਸੁਣਿਆ ਤਾਂ ਕੋਲ ਬੈਠੇ ਸਿੱਖਾਂ ਨੇ ਸੁਣ ਕੇ ਬਹੁਤ ਹੈਰਾਨਗੀ ਪ੍ਰਗਟ ਕੀਤੀ। ਜਦੋਂ ਭਾਈ ਬਾਲਾ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਰੇਵੜਿਆਂ ਦਾ ਇਹ ਸਾਰਾ ਪ੍ਰਸੰਗ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਚਰਚਾ ਹੋਈ ਸੀ ਸੁਣਿਆ ਤਾਂ ਕੋਲ ਬੈਠੇ ਸਿੱਖਾਂ ਨੇ ਸੁਣ ਕੇ ਬਹੁਤ ਹੈਰਾਨਗੀ ਪ੍ਰਗਟ ਕੀਤੀ ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਿਹਾ ਕਿ ਭਲਾ ਹੋਇਆ ਕਿ ਗੁਰੂ ਜੀ ਸਰੇਵੜੇ ਨੂੰ ਜਿੱਤ ਗਏ। ਸਿੱਖ ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ ਚੰਗਾ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਸਰੇਵੜੇ ਨੂੰ ਜਿੱਤ ਗਏ। ਜੇਕਰ ਗੁਰੂ ਜੀ ਹਾਰ ਜਾਂਦੇ ਤਾਂ ਸਰੇਵੜੇ ਸਿਰ ਚੜ੍ਹ ਜਾਣੇ ਸੀ। ਇਹ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਉਹਨਾਂ ਸਰੇਵੜਿਆਂ ਤੇ ਢਾਲ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਣੀ ਦੁਆਰਾ ਸਿੱਖਾਂ ਨੂੰ ਉਪਦੇਸ਼ ਦਿੱਤਾ। ਮਹਾਰਾਜ ਜੀ ਕਹਿਣ ਲੱਗੇ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਜਿਵੇਂ ਅੱਗੀ ਅੱਗ ਨੂੰ ਪਾਲਾ ਕੀ ਕਰ ਸਕਦਾ ਹੈ, ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ ਜਿਵੇਂ ਅੱਗੀ ਪਾਲਾ ਕੇ ਕਰੇ, ਜਿਵੇਂ ਅੱਗ ਨੂੰ ਪਾਲਾ, ਅੱਗ ਨੂੰ ਸਰਦੀ ਠੰਡ ਕੀ ਕਰ ਸਕਦੀ ਹੈ, ਅਤੇ ਸੂਰਜ ਕੇ ਹੀ ਰਾਤ, ਸੂਰਜ ਦਾ ਰਾਤ ਰਾਤਰੀ ਕੀ ਵਿਗਾੜ ਸਕਦੀ ਹੈ। ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ। ਚੰਦ ਚੰਦਰਮਾ ਨੂੰ ਹਨੇਰਾ ਅੰਧਕਾਰ ਕੀ ਕਰ ਸਕਦਾ ਹੈ। ਪੌਣ ਪਾਣੀ ਕਿਆ ਜਾਤ, ਪੌਣ ਹਵਾ ਪਾਣੀ ਜਲ। ਜਾਤੀ ਭਾਵ ਜਾਤ ਅਜਾਤ ਪੌਣ ਪਾਣੀ ਦਾ ਕੀ ਵਿਗਾੜ ਸਕਦੀ ਹੈ। ਭਾਵ ਪਾਣੀ ਸਭ ਨੇ ਵਰਤਣਾ ਹੁੰਦਾ ਹੈ ਤੇ ਸਵਾਸ ਰੂਪ ਵਿੱਚ ਹਵਾ ਸਭ ਨੇ ਲੈਣੀ ਹੁੰਦੀ ਹੈ। ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ। ਜਿਸ ਧਰਤੀ ਵਿੱਚੋਂ ਸਭ ਕੁਝ ਉਤਪੰਨ ਹੁੰਦਾ ਹੈ, ਪੈਦਾ ਹੁੰਦਾ ਹੈ।
ਉਸ ਧਰਤੀ ਨੂੰ ਕੋਈ ਵਸਤੂ ਕੋਈ ਚੀਜ਼ ਕੀ ਅਰਪਣ ਕਰ ਸਕਦਾ ਹੈ ਕਿ ਉਸੇ ਧਰਤੀ ਦੇ ਵਿੱਚੋਂ ਜਦੋਂ ਇਹ ਚੀਜ਼ ਪੈਦਾ ਹੁੰਦੀ ਹੈ। ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ। ਗੁਰੂ ਅੰਗਦ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਨਿਸ਼ਚਾ ਕਰੋ ਕਿ ਪਤ ਇੱਜ਼ਤ ਤਾਂ ਜਾਣੀ ਦੀ ਹੈ ਜਾਂ ਪਤ ਰੱਖੈ ਸੋਏ। ਜੇ ਉਹ ਪਰਮੇਸ਼ਰ ਆਪ ਹੀ ਪਤ ਆਪ ਹੀ ਇੱਜ਼ਤ ਰੱਖਣੀ ਕਰੇ ਤਾਂ ਹੀ ਇੱਜ਼ਤ ਜਾਣੀ ਜਾਂਦੀ ਹੈ। ਗੁਰੂ ਸਾਹਿਬ ਜੀ ਆਪ ਪਰਮੇਸ਼ਰ ਸਰੂਪ ਹਨ। ਇਹਨਾਂ ਨੂੰ ਹਰਾਉਣ ਕਰਕੇ ਬੇਪਤੀ ਕਰਨ ਵਾਲੇ ਸਰੇਵੜੇ ਆਦਿਕ ਕੌਣ ਹਨ? ਦੂਸਰਾ ਅਰਥ ਹੈ ਅੰਤਰੀਵ। ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ, ਕਿ ਜਿਸ ਗੁਰਾਂ ਦੇ ਹਿਰਦੇ ਵਿੱਚ ਬ੍ਰਹਮ ਵਿਦਿਆ ਰੂਪੀ ਅਗਨੀ ਹੈ ਉਸ ਗੁਰਾਂ ਦਾ ਪਾਪਾ ਰੂਪੀ ਪਾਲਾ ਕੀ ਵਿਗਾੜ ਕਰ ਸਕਦਾ ਹੈ। ਜਿਹੜੇ ਗੁਰੂ ਸੂਰਜ ਵੱਤ ਬ੍ਰਹਮ ਗਿਆਨ ਦੇ ਪ੍ਰਕਾਸ਼ ਵਾਲੇ ਹਨ ਉਹਨਾਂ ਦਾ ਅਵਿਦਿਆ ਰੂਪੀ ਰਾਤ ਕੀ ਵਿਗਾੜ ਸਕਦੀ ਹੈ। ਚੰਦ ਹਨੇਰਾ ਕੇ ਕਰੈ ਸੂਰਜ, ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ। ਚੰਦ ਚੰਦਰਮਾ ਦੀ ਨਿਆਈ ਸਾਤ ਰੂਪ ਗੁਰੂ ਜੀ ਬੈਰਾਗ ਵਿਵੇਕ ਰੂਪੀ ਕਿਰਨਾਂ ਤੇ ਭਗਤੀ ਰੂਪੀ ਚਾਂਦਨੀ ਦੇ ਸਹਿਤ ਹਨ। ਐਸੇ ਗੁਣਾਂ ਦਾ ਮੋਹ ਰੂਪੀ ਹਨੇਰੇ ਵਾਲੇ ਸਰੇਵੜੇ ਲੋਕ ਕੀ ਵਿਗਾੜ ਸਕਦੇ ਹਨ। ਪੌਣ ਪਾਣੀ ਕਿਆ ਜਾਤ, ਜਿਹੜੇ ਸਤਿਗੁਰੂ ਪੌਣ ਦੀ ਨਿਆਈ ਨਿਰਲੇਪ ਪਾਣੀ ਦੀ ਨਿਆਈ ਉਜਲ ਸਰੂਪ ਵਾਲੇ ਹਨ ਉਹਨਾਂ ਦਾ ਵਿਸ਼ੇ ਵਿਸ਼ੈਣੀ ਬੁੱਧੀ ਵਾਲੇ ਸਰੇਵੜੇ ਲੋਕ ਕੀ ਕਰ ਸਕਦੇ ਹਨ। ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਸ ਹੋਏ। ਜਿਸ ਧਰਤੀ ਜਿਸ ਭੂਮਾ ਵਿੱਚ ਬ੍ਰਹਮ ਦਾ ਸਰੂਪ ਗੁਰੂ ਜੀ ਹਨ ਉਹਨਾਂ ਗੁਰਾਂ ਨੂੰ ਕੋਈ ਕੀ ਵਸਤੂਆਂ ਦੀ ਭੇਟਾ ਦੇ ਸਕਦਾ ਹੈ। ਜਿਸ ਭੂਮਾ ਰੂਪ ਬ੍ਰਹਮ ਵਿੱਚੋਂ ਨਿਰਗੁਣ ਸਰਗੁਣ ਮਾਇਆ ਸਬਲ ਈਸ਼ਰ ਜੀਵ ਆਦਿ ਸੰਸਾਰੀ ਵਸਤੂਆਂ ਪੈਦਾ ਹੋਈਆਂ ਹਨ ਉਹਨਾਂ ਦਾ ਕੋਈ ਕੀ ਵਿਗਾੜ ਸਕਦਾ ਹੈ। ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤਾਂ ਹੀ ਇੱਜ਼ਤ ਜਾਣੀ ਜਾਂਦੀ ਹੈ ਜੇਕਰ ਉਹ ਪਤੀ ਪਰਮੇਸ਼ਰ ਨੂੰ ਸਾਖ ਸਾਤ ਕਰਕੇ ਹਿਰਦੇ ਵਿੱਚ ਵਸਾ ਕੇ ਰੱਖਣਾ ਕਰੇ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਤੁਧ ਸੱਚੇ ਸੁਭਾਨ ਸਦਾ ਕਲਾਣਿਆ। ਹੇ ਅਕਾਲ ਪੁਰਖ ਜੀ, ਅਸੀਂ ਤੁਧ ਤੁਹਾਡੇ ਸੁਭਾਨ ਅਚਰਜ ਸਰੂਪ ਨੂੰ ਪਹਿਚਾਣ ਕੇ ਸਦਾ ਹਮੇਸ਼ਾ ਕਲਾਣਿਆ ਜਸ ਕਰਨ ਵਾਲੇ ਭੱਟ ਹੋ ਕੇ ਉਚਾਰਨ ਕਰਦੇ ਰਹਿੰਦੇ ਹਾਂ। ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ। ਹੇ ਪਰਮੇਸ਼ਰ, ਤੂੰ ਹੀ ਸੱਚਾ ਸਾਰਿਆਂ ਦਾ ਦੀਵਾਨ ਹੁੰਦਾ ਹੈ, ਆਸਰਾ। ਕਿ ਹੇ ਪਰਮੇਸ਼ਰ, ਤੂੰ ਹੀ ਸੱਚਾ ਸਾਰਿਆਂ ਦਾ ਆਸਰਾ ਰੂਪ ਹੈ। ਤੂੰ ਹੀ ਸੱਚੀ ਸਤ ਸੰਗਤ ਰੂਪੀ ਦੀਵਾਨ ਵਿੱਚ ਨਿਵਾਸ ਕਰਦਾ ਹੈ। ਤੂੰ ਹੀ ਸੱਚਾ ਨਿਆਏ ਕਰਨੇ ਵਾਲਾ ਹਾਕਮ ਹੈ। ਹੋਰ ਆਵਣ ਜਾਣਿਆ, ਹੋਰ ਸਾਰਾ ਸੰਸਾਰ ਜਨਮ ਧਾਰ ਕੇ ਆਵਣ ਆਉਣ ਤੇ ਮਰ ਕੇ ਜਾਣਿਆ ਜਾਣ ਵਾਲਾ ਹੈ। ਸੱਚ ਜੇ ਮੰਗਹਿ ਦਾਨ ਸੇ ਤੁਧੈ ਜੇਹਿਆ। ਜਿਹੜੇ ਤੇਰੇ ਕੋਲੋਂ ਸੱਚੇ ਨਾਮ ਦਾ ਦਾਨ ਮੰਗਦੇ ਹਨ, ਸੱਚ ਜੇ ਮੰਗਹਿ ਦਾਨ, ਜਿਹੜੇ ਤੇਰੇ ਕੋਲੋਂ ਸੱਚੇ ਨਾਮ ਦਾ ਦਾਨ ਮੰਗਦੇ ਹਨ, ਸੇ ਤੁਧੈ ਜੇਹਿਆ, ਸੇ ਉਹ ਤੇਰੇ ਜਿਹੇ ਭਾਵ ਤੇਰੇ ਵਰਗੇ ਹੀ ਹੋ ਜਾਂਦੇ ਹਨ। ਜਿਨ ਜਾਤਾ ਸੋ ਤਿਸ ਹੀ ਜੇਹਾ, ਜਿਨ੍ਹਾਂ ਨੇ ਹੇ ਪਰਮੇਸ਼ਰ ਤੈਨੂੰ ਜਾਣ ਲਿਆ ਹੈ ਤਿਸ ਹੀ ਜਿਹਾ ਤੇਰੇ ਜਿਹਾ ਹੀ ਹੋ ਜਾਂਦੇ ਹਨ। ਸੱਚ ਤੇਰਾ ਫੁਰਵਾਨ ਸਭ ਦੇ ਸੋਹਿਆ। ਹੇ ਵਾਹਿਗੁਰੂ, ਤੇਰਾ ਤੁਹਾਡਾ ਸੱਚਾ ਫਰਮਾਨ ਸੱਚਾ ਹੁਕਮ ਗੁਰਾਂ ਦੇ ਉਪਦੇਸ਼ ਕਰਕੇ ਸੋਭਨੀਕ ਹੋ ਰਿਹਾ ਹੈ। ਸਬਦੈ ਗਿਆਨ ਧਿਆਨ ਤੁਧੈ ਤੇ ਪਾਇਆ।
ਮਹਾਰਾਜ ਜੀ ਸਮਝਾ ਰਹੇ ਹਨ, ਮੰਨਿਆ ਗਿਆਨ ਧਿਆਨ ਤੁਧੈ ਤੇ ਪਾਇਆ, ਜੋ ਗੁਰਾਂ ਦੇ ਉਪਦੇਸ਼ ਮੰਨਣੇ ਕਰਕੇ ਉਹਨਾਂ ਨੇ ਤੇਰੇ ਨਿਰਗੁਣ ਸਰੂਪ ਦਾ ਗਿਆਨ, ਸਰਗੁਣ ਸਰੂਪ ਦਾ ਧਿਆਨ ਤੇਰੇ ਤੋਂ ਹੀ ਪਾਉਣਾ ਕੀਤਾ ਹੈ। ਕਰਮ ਪਵੈ ਨੀਸਾਨ ਨਾ ਚੱਲੈ ਚਲਾਇਆ। ਕਰਮ ਪਵੈ ਨਿਸ਼ਾਨ, ਹੈ ਪਰਮੇਸ਼ਰ, ਜਿਸ ਤਰ੍ਹਾਂ ਜਿਨ੍ਹਾਂ ਦੇ ਮੱਥੇ ਉੱਤੇ ਤੇਰੀ ਕਿਰਪਾ ਦਾ ਨਿਸ਼ਾਨ ਪੈ ਗਿਆ ਹੈ ਤੇ ਉਹ ਕਿਸੇ ਦਾ ਚਲਾਇਆ ਹੋਇਆ ਚੱਲਦਾ ਨਹੀਂ, ਜਿਨ੍ਹਾਂ ਦੇ ਨਿਸ਼ਕਾਮ ਕਰਮਾਂ ਕਰਕੇ ਮੱਥੇ ਉੱਤੇ ਤੇਰੀ ਪ੍ਰਾਪਤੀ ਦਾ ਨਿਸ਼ਾਨ ਪੈਂਦਾ ਹੈ, ਲੇਖਾ ਪੈਂਦਾ ਹੈ, ਉਹ ਕਿਸੇ ਦਾ ਚਲਾਇਆ ਹੋਇਆ ਭਾਵ ਮੇਟਿਆ ਹੋਇਆ ਮਿਟਦਾ ਨਹੀਂ। ਜੈਸਾ ਕਿ ਕਹੋ ਕਬੀਰ, ਜੇ ਕਿਰਪਾ ਧਾਰੈ ਦੇ ਸੱਚਾ ਨਿਸ਼ਾਨਾ। ਜਦੋਂ ਪਰਮੇਸ਼ਰ ਕਿਸੇ ਤੇ ਕਿਰਪਾ ਕਰ ਦਿੰਦਾ ਹੈ ਤਾਂ ਉਹਨਾਂ ਦੇ ਮੱਥੇ ਦੇ ਲੇਖ ਲਿਖ ਦਿੰਦਾ ਹੈ। ਤੂੰ ਸੱਚਾ ਦਾਤਾਰ ਨਿਤ ਦੇਵ ਹੈ ਚੜ੍ਹੇ ਸਵਾਇਆ। हे ਪਰਮੇਸ਼ਰ, ਤੂੰ ਸੱਚਾ ਦਾਤਾਰ ਦਾਤਾ ਹੈ, ਹਮੇਸ਼ਾ ਹੀ ਦਾਤਾਂ ਦਿੰਦਾ ਹੈ। ਉਹ ਦਾਤਾਂ ਸਵਾਈਆਂ ਬਹੁਤੀਆਂ ਦੂਣੀਆਂ ਚੌੜੀਆਂ ਚੜ੍ਹਦੀਆਂ ਹਨ। ਤੂੰ ਸੱਚਾ ਦਾਤਾਰ ਨਿਤ ਦੇਵ ਹੈ ਚੜ੍ਹੇ ਸਵਾਇਆ। हे ਪਰਮੇਸ਼ਰ, ਤੂੰ ਸੱਚਾ ਦਾਤਾਰ ਹੈ, ਨਿਤ ਹਮੇਸ਼ਾ ਹੀ ਦਾਤਾਂ ਦਿੰਦਾ ਹੈ। ਉਹ ਦਾਤਾਂ ਬਹੁਤੀਆਂ ਦੂਣੀਆਂ ਚੌੜੀਆਂ ਚੜ੍ਹਦੀਆਂ ਹਨ। ਤੂੰ ਨਿੱਤਾ ਪ੍ਰਾਤੀ ਜਗਿਆਸੂ ਜਨਾਂ ਨੂੰ ਗਿਆਨ ਦੀ ਅਵਸਥਾ ਦਾ ਆਨੰਦ ਦੇਣਾ ਕਰਦਾ ਹੈ, ਜੋ ਇੱਕ ਤੋਂ ਇੱਕ ਭੂਮਿਕਾ ਦੇ ਰੂਪ ਵਿੱਚ ਦੂਣਾ ਚੌਣਾ ਚੜ੍ਹਦਾ ਵੱਧਦਾ ਹੈ। ਨਾਨਕ ਮੰਗੈ ਦਾਨ ਜੋ ਤੁਧ ਭਾਇਆ। ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ हे ਪਰਮੇਸ਼ਰ, ਅਸੀਂ ਤੁਹਾਡੇ ਪਾਸੋਂ ਉਹ ਹੀ ਭਾਉ ਭਗਤੀ ਦਾ ਦਾਨ ਮੰਗਦੇ ਹਾਂ, ਉਹ ਹੀ ਨਾਮ ਦਾ ਦਾਨ ਮੰਗਦੇ ਹਾਂ, ਜੋ ਤੁਹਾਨੂੰ ਭਾਉਂਦਾ ਹੈ, ਤੁਹਾਨੂੰ ਚੰਗਾ ਲੱਗਦਾ ਹੈ। ਸ਼ਲੋਕ ਮਹੱਲਾ ਦੂਜਾ। ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮਿਓ, ਤਿਨ ਕੋ ਕਿਆ ਉਪਦੇਸੀਐ, ਜਿਨ ਗੁਰ ਨਾਨਕ ਦਿਓ। ਦੀਖਿਆ ਆਪ ਬੁਝਾਇਆ, ਸਿਫਤੀ ਸੱਚ ਸਮਿਓ, ਤਿਨ ਕੋ ਕਿਆ ਉਪਦੇਸੀਐ, ਜਿਨ ਗੁਰ ਨਾਨਕ ਦਿਓ। ਮਹੱਲਾ ਪਹਿਲਾ। ਆਪ ਬੁਝਾਏ ਸੋਈ ਬੂਝੈ, ਜਿਸ ਆਪ ਸੁਝਾਏ ਤਿਸ ਸਭ ਕਿਸ ਸੂਝੈ। ਕਹਿ ਕਹਿ ਕਥਨਾ ਮਾਇਆ ਲੂਝੈ, ਹੁਕਮੀ ਸਗਲ ਕਰੇ ਆਕਾਰ। ਆਪੇ ਜਾਣੈ ਸਰਬ ਵਿਚਾਰ, ਅੱਖਰ ਨਾਨਕ ਅਖਿਓ ਆਪ। ਲਹਿ ਭਰਾਂਤ ਹੋਵੈ ਜਿਸ ਦਾਤ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਬਾਣੀ ਦੇ ਅੰਦਰ ਸ਼ਬਦ ਹੈ। ਜਦੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਤੇ ਖਡੂਰ ਸਾਹਿਬ ਦੀ ਨਗਰੀ ਨੂੰ ਭਾਗ ਲਾਏ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਉਸ ਵੇਲੇ ਗੋਰਖ ਆਦਿ ਸਿੱਧ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਪ੍ਰੀਖਿਆ ਕਰਨ ਲਈ ਖਡੂਰ ਸਾਹਿਬ ਪਹੁੰਚੇ ਅਤੇ ਇਹ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਨੇ ਸਾਡਾ ਭੇਖ ਨਹੀਂ ਧਾਰਨ ਕੀਤਾ ਸੀ, ਪਰ ਜੇ ਕਿਤੇ ਇਹ ਧਾਰਨ ਕਰ ਲੈਣ ਸਾਡਾ ਭੇਖ ਤਾਂ ਉਹ ਹੀ ਗੱਲ ਹੈ, ਭਾਵ ਸਾਡੇ ਭੇਖ ਦੀ ਜੈ ਜੈਕਾਰ ਹੋ ਜਾਏਗੀ। ਇਹ ਵਿਚਾਰ ਕੇ ਸਿੱਧਾਂ ਨੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਿਹਾ ਕਿ ਤੁਸੀਂ ਜੋਗ ਧਾਰਨ ਕਰੋ। ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਰਮਾਨ ਕੀਤਾ
ਸਿੱਧਾਂ ਨੂੰ ਕਹਿਣ ਲੱਗੇ, ਦੀਖਿਆ ਆਪ ਬੁਝਾਇਆ ਸਿਫਤੀ ਸੱਚ ਸਮਿਓ। ਕਹਿਣ ਲੱਗੇ, ਹੇ ਸਿੱਧੋ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀਖਿਆ ਸਿੱਖਿਆ ਦੀਖ ਸਤ ਮੰਤਰ ਕੇ ਗੁਰ ਮੰਤਰ ਮੂਲ ਮੰਤਰ ਦੇ ਕੇ ਮੁੱਖ ਭਾਵ ਰਸਨਾ ਦੁਆਰਾ ਪਰਮੇਸ਼ਰ ਦਾ ਧਿਆਨ ਬੁਝਾਇਆ, ਨਾਮ ਨੂੰ ਸਮਝਾਇਆ ਹੋਵੇ ਅਤੇ ਜੋ ਸੱਚੇ ਦੀ ਸਿਫਤ ਵਿੱਚ ਸਮਾ ਗਏ ਹੋਣ, ਤਿਨ ਕੋ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦਿਓ। ਉਹਨਾਂ ਨੂੰ ਤੁਸੀਂ ਕੀ ਉਪਦੇਸ਼ ਦੇਣਾ ਚਾਹੋਗੇ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਤੋਂ ਉਪਦੇਸ਼ ਮਿਲਿਆ ਹੋਵੇ। ਜਿਨ੍ਹਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਹਨ, ਉਹਨਾਂ ਨੂੰ ਕਿਸੇ ਹੋਰ ਤੋਂ ਉਪਦੇਸ਼ ਲੈਣ ਦੀ ਲੋੜ ਕੀ ਹੈ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਸਿੱਧਾਂ ਨੂੰ, ਦੀਖਿਆ ਆਪ ਬੁਝਾਇਆ ਸਿਵਤੀ ਸੱਚ ਸਮਿਓ। ਹੈ ਸਿੱਧੋ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਗੁਰ ਮੰਤਰ ਮੂਲ ਮੰਤਰ ਮੁੱਖ ਭਾਵ ਰਸਨਾ ਦੁਆਰਾ ਪਰਮੇਸ਼ਰ ਦਾ ਗਿਆਨ ਨਾਮ ਸਮਝਾਇਆ ਹੋਵੇ, ਜੇ ਸੱਚੇ ਦੀ ਸਿਫਤ ਵਿੱਚ ਸਮਾ ਗਏ ਹੋਣ, ਤਿਨ ਕੋ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦਿਓ। ਕਿ ਉਹਨਾਂ ਨੂੰ ਤੁਸੀਂ ਕੀ ਉਪਦੇਸ਼ ਦੇਣਾ ਚਾਹੋਗੇ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਤੋਂ ਉਪਦੇਸ਼ ਮਿਲਿਆ ਹੋਵੇ। ਜਿਨ੍ਹਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਹਨ, ਉਹਨਾਂ ਨੂੰ ਕਿਸੇ ਹੋਰ ਤੋਂ ਉਪਦੇਸ਼ ਲੈਣ ਦੀ ਕੀ ਲੋੜ ਹੈ। ਕਿ ਜਿਸ ਵੇਲੇ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਖੰਡੂਰ ਸਾਹਿਬ ਦਰਸ਼ਨ ਕਰਨ ਲਈ ਆਏ ਅਤੇ ਜਨਮ ਸਾਖੀ ਸੁਣਾ ਕੇ ਉਪਦੇਸ਼ ਦੀ ਜਾਚਨਾ ਕੀਤੀ, ਤਦੋਂ ਸਤਿਗੁਰਾਂ ਨੇ ਇਹੋ ਸ਼ਬਦ ਉਚਾਰਨ ਕੀਤਾ, ਦੀਖਿਆ ਆਪ ਬੁਝਾਇਆ ਸਿਵਤੀ ਸੱਚ ਸਮਿਓ। ਕਹਿਣ ਲੱਗੇ, ਹੇ ਭਾਈ ਬਾਲਾ ਜੀ, ਜਿਨ੍ਹਾਂ ਤੇਰੇ ਵਰਗੇ ਗੁਰਸਿੱਖਾਂ ਨੂੰ ਸੱਚੇ ਪਰਮੇਸ਼ਰ ਵਿੱਚ ਸਮਾਏ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਖ ਦੁਆਰਾ ਦੀਖ ਸਾ ਮੰਤਰ ਦੇ ਕੇ ਸਰੂਪ ਦੀ ਲਖਤਾ ਭਾਵ ਗਿਆਨ ਸਮਝਾਉਣਾ ਕੀਤਾ ਹੈ। ਤਿਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦਿਓ। ਕਿ ਤਿਨ ਉਹਨਾਂ ਤੇਰੇ ਵਰਗੇ ਗੁਰੂ ਨਾਨਕ ਦੇਵ ਦੇ ਸੰਗੀਆਂ ਨੂੰ ਅਸੀਂ ਕੀ ਉਪਦੇਸ਼ ਦੇਣਾ ਕਰੀਏ, ਜਿਨ੍ਹਾਂ ਦੇ ਗੁਰੂ ਪ੍ਰਕਾਸ਼ ਸਰੂਪ ਬ੍ਰਹਮ ਦਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਮਹੱਲਾ ਪਹਿਲਾ। ਇਹ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਦੇ ਪ੍ਰਥਾਏ ਉਚਾਰਨ ਕਰਕੇ ਸਾਰੇ ਸਿੱਖਾਂ ਤਾਈਂ ਉਪਦੇਸ਼ ਬਖਸ਼ ਕੀਤਾ ਸੀ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਨੂੰ ਪੁੱਛਿਆ ਸੀ ਕਿ ਜੋ ਆਪ ਜੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਦਿੱਤਾ ਸੀ, ਉਹ ਉਪਦੇਸ਼ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ। ਤਾਂ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹੋ ਸ਼ਬਦ ਪੜ੍ਹ ਕੇ ਸੁਣਾਇਆ ਸੀ, ਆਪ ਬੁਝਾਏ ਸੋਈ ਬੂਝੈ, ਜਿਸ ਆਪ ਸੁਝਾਏ ਤਿਸ ਸਭ ਕਿਸ ਸੂਝੈ, ਕਹਿ ਕੇ ਕਥਨਾ ਮਾਇਆ ਲੂਝੈ, ਹੁਕਮੀ ਸਾਗਲ ਕਰੇ ਆਕਾਰ, ਆਪੇ ਜਾਣੈ ਸਰਬ ਵਿਚਾਰ, ਅੱਖਰ ਨਾਨਕ ਅਖਿਓ ਆਪ, ਲਹੈ ਭਰਾਂਤ ਹੋਵੈ ਜਿਸ ਦਾਤ। ਕਿ ਆਪ ਬੁਝਾਏ ਸੋਈ ਬੂਝੈ, ਜਿਸ ਨੂੰ ਆਪ ਪਰਮੇਸ਼ਰ ਗੁਰੂ ਸਰੂਪ ਹੋ ਕੇ ਸਮਝਾਉਂਦਾ ਹੈ ਭਾਵ ਗਿਆਨ ਦਿੰਦਾ ਹੈ, ਉਹ ਪੁਰਸ਼ ਹੀ ਆਪਣੇ ਸਰੂਪ ਨੂੰ ਸਮਝਦਾ ਹੈ। ਜਿਸ ਆਪ ਬੁਝਾਏ ਤਿਸ ਸਭ ਕਿਸ ਸੂਝੈ, ਜਿਸ ਨੂੰ ਗੁਰੂ ਸਰੂਪ ਹੋ ਕੇ ਆਪ ਸਮਝਾਉਂਦਾ ਹੈ, ਉਸ ਗੁਰਸਿੱਖ ਨੂੰ ਸਭ ਕੁਝ ਆਤਮਾ ਰੂਪ ਕਰਕੇ ਦਿਸ ਆਉਂਦਾ ਹੈ। ਜੈਸਾ ਕਿ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ, ਕਹਿ ਕੇ ਕਥਨਾ ਮਾਇਆ ਲੂਝੈ। ਉਸ ਦੀ ਕਿਰਪਾ ਤੋਂ ਬਗੈਰ ਜਿਹੜੇ ਵੇਦਾਂ ਸ਼ਾਸਤਰਾਂ ਦੀ
ਕਈਆਂ ਹੋਈਆਂ ਕਥਾਵਾਂ ਨੂੰ ਮੁੱਖ ਦੁਆਰਾ ਵਿਖਿਆਨ ਕਰਦੇ ਰਹਿੰਦੇ ਹਨ। ਉਹ ਮਗਰੋਂ ਮਾਇਆ ਵਾਸਤੇ ਹੀ ਝਗੜਦੇ ਹਨ। ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੈ ਸਰਬ ਵਿਚਾਰ। ਜੋ ਗੁਰਮੁਖ ਜਨ ਹਨ ਉਹ ਇਹਨਾਂ ਝਗੜਿਆਂ ਵਿੱਚ ਨਹੀਂ ਪੈਂਦੇ। ਉਹ ਜਾਣਦੇ ਹਨ ਕਿ ਹੁਕਮੀ ਵਾਹਿਗੁਰੂ ਨੇ ਹੀ ਸਾਰੇ ਸੂਖਮ ਤੇ ਅਸਥੂਲ ਆਕਾਰ ਆਪਣੇ ਹੁਕਮ ਵਿੱਚ ਪੈਦਾ ਕਰੇ ਹੋਏ ਹਨ। ਪਰਮੇਸ਼ਰ ਆਪੇ ਜਾਣੈ ਸਰਬ ਵਿਚਾਰ। ਪਰਮੇਸ਼ਰ ਸਰਬ ਸਾਰਿਆਂ ਦੀਆਂ ਵਿਚਾਰਾਂ ਨੂੰ ਆਪ ਹੀ ਜਾਣਦਾ ਹੈ। ਸਾਰਿਆਂ ਵਿੱਚ ਆਪਣਾ ਆਤਮਾ ਰੂਪ ਹੈ। ਸਾਰਿਆਂ ਵਿੱਚ ਜਾਣਨ ਵਾਲਾ ਗਿਆਨ ਸਰੂਪ ਹੈ ਅਤੇ ਸਾਰਿਆਂ ਦੀ ਰਾਜਸੀ ਤਾਮਸੀ ਸਾਧਕੀ ਆਦਿ ਵਿਚਾਰ ਨੂੰ ਆਪ ਹੀ ਜਾਣਦਾ ਹੈ। ਅੱਖਰ ਨਾਨਕ ਅਖਿਓ ਆਪ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਨਾਮ ਰੂਪੀ ਅੱਖਰ ਪਰਮੇਸ਼ਰ ਨੇ ਸਾਨੂੰ ਆਪ ਪ੍ਰਚਾਰਨ ਲਈ ਆਖਿਆ ਹੈ। ਇਹ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਖਰ ਖਰਨ ਨਾਸ਼ ਤੋਂ ਰਹਿਤ ਉਪਦੇਸ਼ ਆਪ ਹੀ ਆਖਿਆ ਸੀ। ਲਹਿ ਭਰਾਂਤ ਹੋਵੈ ਜਿਸ ਦਾਤ, ਕਿ ਜਿਸ ਨੂੰ ਗੁਰਾਂ ਦੁਆਰਾ ਬ੍ਰਹਮ ਵਿਦਿਆ ਦੀ ਦਾਤ ਪ੍ਰਾਪਤ ਹੋ ਗਈ ਹੈ, ਉਸ ਦੀ ਭਰਮ ਦੀ ਭ੍ਰਾਂਤੀ ਲੈ ਜਾਂਦੀ ਹੈ। ਜਦੋਂ ਬੇਈ ਨਦੀ ਵਿੱਚ ਪ੍ਰਵੇਸ਼ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚਖੰਡ ਜਾ ਕੇ ਨਿਰੰਕਾਰ ਦੇ ਦਰਸ਼ਨ ਕੀਤੇ ਸਨ, ਉਸ ਵੇਲੇ ਆਪਣੇ ਆਪ ਨੂੰ ਢਾਡੀ ਦੱਸ ਕੇ ਪਰਮੇਸ਼ਰ ਦੇ ਜਸ ਨੂੰ ਕਥਨ ਕੀਤਾ ਸੀ। ਪੌੜੀ ਦੇ ਅੰਦਰ ਸਮਝਾ ਰਹੇ ਹਨ, ਹਉ ਢਾਡੀ ਬੇਕਾਰ ਕਾਰੈ ਲਾਇਆ। ਮਹਾਰਾਜ ਜੀ ਕਹਿਣ ਲੱਗੇ, ਮੈਂ ਢਾਡੀ, ਮੈਂ ਜਸ ਕਰਨ ਵਾਲਾ ਹੋ ਕਰਕੇ ਬੇਕਾਰ ਕਿ ਧਰਤੀ ਰੂਪੀ ਕਾਰ ਤੋਂ ਰਹਿਤ ਸੀ, ਤੇ ਹੁਣ ਨਿਰੰਕਾਰ ਨੇ ਗੁਰ ਮੰਤਰ ਮੂਲ ਮੰਤਰ ਦੇ ਕੇ ਭਗਤੀ ਰੂਪੀ ਕਾਰੈ ਲਾਇਆ। ਭਗਤੀ ਰੂਪੀ ਕਾਰ ਤੇ ਲਾ ਦਿੱਤਾ ਹੈ। ਜਿਸ ਕਰਨ ਵਾਹਿਗੁਰੂ ਜਸ ਕਰਨ ਰੂਪੀ ਕਾਰ ਤੇ ਲਾ ਦਿੱਤਾ ਹੈ। ਰਾਤ ਦਹਿ ਕੈ ਬਾਰ ਧੁਰਹੁ ਫਰਮਾਇਆ। ਰਾਤ ਦਹਿ ਕੈ ਬਾਰ ਕਿ ਸਾਨੂੰ ਧੁਰੋਂ ਪਰਮੇਸ਼ਰ ਵਾਹਿਗੁਰੂ ਦਾ ਫਰਮਾਇਆ ਹੋਇਆ ਹੁਕਮ ਹੋਇਆ ਹੈ ਕਿ ਰਾਤ ਦਹਿ ਦਿਨ ਕਰਕੇ ਮੇਰਾ ਜਸ ਕਰਿਆ ਕਰੋ। ਢਾਡੀ ਸੱਚੈ ਮਹਿਲ ਖਸਮ ਬੁਲਾਇਆ। ਮਹਾਰਾਜ ਜੀ ਕਹਿਣ ਲੱਗੇ, ਸਾਨੂੰ ਢਾਡੀ ਕੀਰਤਨੀਆਂ ਨੂੰ, ਭਾਵ ਜਸ ਕਰਨ ਵਾਲਿਆਂ ਨੂੰ ਸੱਚੇ ਵਾਹਿਗੁਰੂ ਨੇ ਸੱਚਖੰਡ ਰੂਪੀ ਮਹਿਲ ਵਿੱਚ ਬੁਲਾਉਣਾ ਕੀਤਾ ਹੈ। ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਅਸੀਂ ਸੱਚਖੰਡ ਵਿੱਚ ਨਿਰੰਕਾਰ ਪਾਸੋਂ ਭਗਤੀ ਰੂਪੀ ਸੱਚੀ ਸਿਫਤ ਤੇ ਕੀਰਤਨ ਰੂਪ ਵਿੱਚ ਸਲਾਹੁਣ ਦਾ ਕੱਪੜਾ, ਸਲਾਹੁਣ ਦਾ ਸਿਰ ਭਉ ਪਾਉਣਾ ਕੀਤਾ ਹੈ। ਜੈਸਾ ਕਿ ਪ੍ਰੇਮ ਪਟੋਲਾ ਤੈਸੈ ਦਿੱਤਾ ਢੱਕਣ ਕੋ ਪਤ ਮੇਰੀ, ਦਾਨਾ ਬੀਨਾ ਸਾਈ ਵੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਤੇ ਇਕੱਲੇ ਬੈਠ ਕੇ ਭਜਨ ਕਰਨਾ, ਸਲਾਹ ਸੰਗਤ ਨਾਲ ਮਿਲ ਕੇ ਕੀਰਤਨ ਕਰਨਾ, ਇਹ ਸਾਨੂੰ ਸਿਰਪੌ ਰੂਪੀ ਕੱਪੜਾ ਦਿੱਤਾ ਹੈ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਫਿਰ ਸੱਚਾ ਅੰਮ੍ਰਿਤ ਨਾਮ ਜਪਣ ਰੂਪੀ ਭੋਜਨ ਪ੍ਰਾਪਤ ਹੋਇਆ ਹੈ। ਸੱਚੇ ਅੰਮ੍ਰਿਤ ਨਾਮ ਦੀ ਬਖਸ਼ਿਸ਼ ਹੋਈ ਹੈ ਅਤੇ ਬ੍ਰਹਮ ਗਿਆਨ ਰੂਪੀ ਭੋਜਨ ਪ੍ਰਾਪਤ ਹੋ ਆਇਆ ਹੈ। ਜੈਸਾ ਕਿ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। 36 ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਰੇ। ਭਾਵ ਨਾਮ ਦਾ ਮੰਨਣ ਕਰਨਾ, ਮਿੱਠੇ ਰਸ ਸੁਣਨਾ ਸਲੂਣਾ ਭੋਜਨ ਹਨ। ਮੁਖੋਂ ਕੀਰਤਨ ਕਰਨਾ, ਇਹ ਖੱਟ ਮਿੱਠੇ ਭੋਜਨ ਹਨ। ਸ਼ਬਦ ਗਾਉਣੇ ਮਸਾਲੇਦਾਰ ਭੋਜਨ ਹਨ। ਇੱਕ ਪ੍ਰੇਮ ਹੀ
36 ਪ੍ਰਕਾਰ ਦਾ ਭੋਜਨ ਹੈ। ਗੁਰਮਤੀ ਖਾਧਾ ਰੱਜ ਤਿਨ ਸੁਖ ਪਾਇਆ। ਗੁਰਮਤੀ ਖਾਧਾ ਰੱਜ ਤਿਨ ਸੁਖ ਪਾਇਆ। ਜਦੋਂ ਉਹ ਨਾਮ ਰੂਪੀ ਭੋਜਨ ਜਿਨ੍ਹਾਂ ਨੇ ਵੀ ਗੁਰਮਤੀ ਗੁਰਾਂ ਦੀ ਸਿੱਖਿਆ ਦੁਆਰਾ ਰੱਜ ਕੇ ਖਾਣਾ ਕੀਤਾ ਹੈ, ਉਹਨਾਂ ਨੇ ਆਤਮਿਕ ਆਨੰਦ ਨੂੰ ਪਾਉਣਾ ਕੀਤਾ ਹੈ। ਢਾਡੀ ਕਰੇ ਪਸਾਉ ਸ਼ਬਦ ਵਜਾਇਆ। ਢਾਡੀ ਕਰੇ ਪਸਾਉ ਸ਼ਬਦ ਵਜਾਇਆ। ਮਹਾਰਾਜ ਜੀ ਕਹਿਣ ਲੱਗੇ, ਮੈਂ ਢਾਡੀ, ਮੈਂ ਜਸ ਕਰਨ ਵਾਲੇ ਨੂੰ, ਪਰਮੇਸ਼ਰ ਨੇ ਮੈਨੂੰ ਜਸ ਕਰਨ ਵਾਲੇ ਨੂੰ ਪਰਮੇਸ਼ਰ ਨੇ ਦਾਤਾਂ ਦੇਣੀਆਂ ਕੀਤੀਆਂ ਹਨ ਕਿ ਨਾਮ ਰੂਪੀ ਉਪਦੇਸ਼ ਨੂੰ ਪ੍ਰਗਟ ਕਰੋ। ਜੋ ਕੁਝ ਵੀ ਪਰਮੇਸ਼ਰ ਕੋਲੋਂ ਮਹਾਰਾਜ ਜੀ ਕਹਿਣ ਲੱਗੇ ਮੈਨੂੰ ਜਸ ਕਰਨ ਵਾਲੇ ਨੂੰ ਪ੍ਰਾਪਤ ਹੋਇਆ ਹੈ, ਉਸ ਨੂੰ ਸ਼ਬਦ ਦੁਆਰਾ ਵਜਾ ਕੇ ਪਸਾਉ ਪਸਾਰਨਾ ਕਰ ਰਿਹਾ ਹਾਂ। ਨਾਨਕ ਸੱਚ ਸਲਾਹੇ ਪੂਰਾ ਪਾਇਆ। ਸੁਧ ਨਾਨਕ ਸੱਚ ਸਲਾਹੇ ਪੂਰਾ ਪਾਇਆ। ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਇਉਂ ਮੈਂ ਸੱਚੇ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਗਿਆਨ ਦੁਆਰਾ ਪੂਰਨ ਪਰਮਾਨੰਦ ਨੂੰ ਪਾਉਣਾ ਕੀਤਾ ਹੈ। ਜੇ ਤੁਸੀਂ ਵੀ ਸਲਾਹੋਗੇ ਤਾਂ ਉਸ ਪੂਰਨ ਬ੍ਰਹਮ ਨੂੰ ਪਾ ਲਵੋਗੇ। ਇਹ ਜੋ ਦਾਤ ਸੱਚਖੰਡ ਤੋਂ ਮਿਲੀ ਹੈ ਉਹ ਬਾਰ ਦੀ 17ਵੀਂ ਪੌੜੀ ਵਿੱਚ ਕਥਨ ਕੀਤੀ ਗਈ ਹੈ। ਉਸ ਤੋਂ ਬਾਅਦ ਸੁੱਧ, ਇਹ ਬਾਣੀ ਸੁੱਧ ਕਰਕੇ ਲਿਖੀ ਹੈ। ਇਸ ਉੱਤੇ ਕਿਸੇ ਦਾ ਵੀ ਕਲਮ ਚੁੱਕਣ ਦਾ ਜਾਂ ਅੱਖਰ ਦਾ ਕੋਈ ਵਾਧ ਘਾਟ ਕਰਨ ਦਾ ਅਧਿਕਾਰ ਨਹੀਂ। ਸੁੱਧ ਹਿਰਦੇ ਨੂੰ ਸੁੱਧ ਕਰਨ ਵਾਲੀ ਇਹ ਬਾਣੀ ਹੈ। ਸੁੱਧ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਇਹ ਬਾਣੀ ਹੈ। ਸਿੱਖਾਂ ਨੂੰ ਸੁੱਧ ਪਵਿੱਤਰ ਜੀਵਨ ਦੇਣ ਵਾਲੀ ਇਹ ਬਾਣੀ ਹੈ ਕਿ ਇੱਥੇ ਰਾਗ ਮਾਝ ਦੀ ਸੰਪੂਰਨਤਾਈ ਹੋਈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਇੱਥੇ ਇਸ ਪੋਥੀ ਦੀ ਸਮਾਪਤੀ ਹੋਈ।